ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਧੰਨਵਾਦ ਹੋਵੇ ਅੱਜ ਦੇ ਚੰਗੇ ਸਮੇਂ ਦੇ ਲਈ, ਅੱਜ ਦੇ ਚੰਗੇ ਦਿਨ ਦੇ ਲਈ ਪਰਮੇਸ਼ਰ ਦਾ ਅਸੀਂ ਧੰਨਵਾਦ ਕਰਾਂਗੇ। ਤੇ ਅੱਜ ਪਰਮੇਸ਼ਰ ਦੇ ਪਵਿੱਤਰ ਕਲਾਮ ਦੇ ਵਿੱਚੋਂ ਅਸੀਂ ਕੁਝ ਗੱਲਾਂ ਨੂੰ ਦੇਖਾਂਗੇ। ਤੇ ਸਭ ਤੋਂ ਪਹਿਲਾਂ ਅੱਜ ਜੋ ਸੰਸਾਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕ ਇਨਸਾਨ ਦੇ ਵਿੱਚ ਇੰਨਾ ਡਰ ਪੈ ਚੁੱਕਾ ਕਿ ਦੂਸਰੇ ਇਨਸਾਨ ਨੂੰ ਨਹੀਂ ਮਿਲ ਰਿਹਾ, ਕਾਫੀ ਦੂਰ ਰਹਿ ਰਿਹਾ। ਉਸਦੇ ਦਿਲ ਦੇ ਵਿੱਚ ਇੰਨਾ ਕੁ ਡਰ ਬੈਠ ਚੁੱਕਾ ਆ ਕਿ ਮੈਨੂੰ ਕੁਛ ਨਾ ਹੋ ਜਾਏ, ਮੈਨੂੰ ਕੁਛ ਨਾ ਹੋ ਜਾਏ, ਮੈਂ ਕਿਤੇ ਮਰ ਨਾ ਜਾਵਾਂ, ਮੈਂ ਕਿਤੇ ਮਰ ਨਾ ਜਾਵਾਂ। ਹਾਲੇਲੂਇਆ। ਪਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਮੱਤੀ ਦੀ ਅੰਜੀਲ ਦੇ ਵਿੱਚ ਇੱਕ ਗੱਲ ਕਹਿੰਦੇ ਆ, ਉਹ ਇੱਕ ਆਪਣੇ ਵਚਨ ਦੇ ਵਿੱਚ ਇੱਕ ਗੱਲ ਨੂੰ ਕਹਿੰਦੇ ਆ। ਤੇ ਅਸੀਂ ਉਸ ਮੱਤੀ ਦੀ ਅੰਜੀਲ ਉਹਦਾ 10ਵਾਂ ਅਧਿਆਇ ਉਹਦੀ 26 ਆਇਤ ਨੂੰ ਅਸੀਂ ਪੜਾਂਗੇ। ਉੱਥੇ ਇਸ ਤਰ੍ਹਾਂ ਲਿਖਿਆ ਹੋਇਆ, ਇਸ ਲਈ ਮਨੁੱਖ ਸੇ ਮਤ ਡਰਨਾ। ਹਾਲੇਲੂਇਆ। ਪਰਮੇਸ਼ਰ ਕਹਿੰਦਾ ਇਨਸਾਨ ਤੋਂ ਡਰਨ ਦੀ ਜ਼ਰੂਰਤ ਨਹੀਂ ਹੈਗੀ। ਸਾਨੂੰ ਕਿਸ ਤੋਂ ਡਰਨਾ ਚਾਹੀਦਾ ਆ? ਅੱਜ ਇਨਸਾਨ ਤੋਂ ਡਰ ਰਿਹਾ ਆ। ਪਰਮੇਸ਼ਰ ਕਹਿੰਦਾ ਇਨਸਾਨ ਤੋਂ ਡਰਨ ਦੀ ਜ਼ਰੂਰਤ ਨਹੀਂ ਹੈਗੀ। ਹਾਲੇਲੂਇਆ। ਇਨਸਾਨ ਸੇ ਮਤ ਡਰਨਾ ਕਿਉਂਕਿ ਕੁਛ ਡਕਾ ਨਹੀਂ ਜੋ ਖੋਲਾ ਨਾ ਜਾਏ। ਪਰਮੇਸ਼ਰ ਕਹਿੰਦਾ ਇਹੋ ਜਿਹੀ ਕੋਈ ਚੀਜ਼ ਨਹੀਂ ਹੈਗੀ ਢਕੀ ਹੋਵੇ, ਖੋਲੀ ਨਾ ਜਾਏ। ਔਰ ਨਾ ਕੁਛ ਛਿਪਾ ਹੈ ਜੋ ਜਾਣਾ ਨਾ ਜਾਏ। ਪਰਮੇਸ਼ਰ ਕਹਿੰਦਾ ਇਹੋ ਜਿਹਾ ਕੋਈ ਭੇਦ ਨਹੀਂ ਹੈਗਾ ਜਿਹੜਾ ਪ੍ਰਗਟ ਨਾ ਕੀਤਾ ਜਾਏ। ਪਰਮੇਸ਼ਰ ਆਪਣੇ ਸਾਰੇ ਭੇਦਾਂ ਨੂੰ ਪ੍ਰਗਟ ਕਰਦਾ ਆ। ਹਾਲੇਲੂਇਆ। ਇਹ ਸਾਰੀਆਂ ਗੱਲਾਂ ਕਿਉਂ ਹੋ ਰਹੀਆਂ? ਇਨਸਾਨ ਤੋਂ ਅੱਜ ਕਿਉਂ ਡਰ ਰਿਹਾ? परमेश्वर ਅੱਗੇ ਕੀ ਕਹਿੰਦਾ, जो मैं तुमसे अंधियारे में कहता हूँ उसे तुम उजाले में कहो, और जो कानों का सुनते हो उसे छतों पर से प्रचार करो। हालेलुया। इस गल ਨੂੰ ਧਿਆਨ ਨਾਲ ਸੁਣਾ। ਅੱਗੇ ਲਿਖਿਆ ਵਾ, जो शरीर को घात करते हैं पर आत्मा को घात नहीं कर सकते। परमेश्वर ਕਹਿੰਦਾ ਜੋ ਸਰੀਰ ਨੂੰ ਨਾਸ਼ ਕਰ ਸਕਦੇ ਆ, ਸਰੀਰ ਨੂੰ ਮੌਤ ਦੇ ਸਕਦੇ ਆ, ਪਰ ਆਤਮਾ ਨੂੰ ਮੌਤ ਨਹੀਂ ਦੇ ਸਕਦੇ। उनसे मत डरना। ਜਿਹੜੇ ਸਾਡੇ ਸਰੀਰ ਨੂੰ ਮਾਰ ਸਕਦੇ ਆ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਉਸ ਤੋਂ ਪਰਮੇਸ਼ਰ ਕਹਿੰਦਾ ਨਾ ਡਰੋ। पर उस तो डरो किस तो, जो आत्मा और शरीर दोनों को नरक में नष्ट कर सकता है। परमेश्वर कहता उस तो डरो। यीशु मसीह कहता उस तो डरो ਜਿਹੜਾ ਸਾਡੇ ਸਰੀਰ ਨੂੰ ਤੇ ਆਤਮਾ ਨੂੰ ਦੋਨਾਂ ਨੂੰ ਕੀ ਕਰ ਸਕਦਾ ਹੈ? ਨਰਕ ਦੇ ਵਿੱਚ ਖਤਮ ਕਰ ਸਕਦਾ ਹੈ। ਹਾਲੇਲੂਇਆ। ਉਹ ਕੌਣ ਹੈ? ਉਹ ਪਰਮੇਸ਼ਰ ਆ, ਗੋਡ, ਜਿਸ ਨੇ ਸਾਡੇ ਸਰੀਰ ਤੇ ਆਤਮਾ ਨੂੰ ਬਣਾਇਆ। ਸਾਨੂੰ ਉਸ ਤੋਂ ਡਰਨ ਦੀ ਜ਼ਰੂਰਤ ਹੈ। ਹਾਲੇਲੂਇਆ। ਤੇ ਸਾਨੂੰ ਇਨਸਾਨਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈਗੀ। ਪਰਮੇਸ਼ਰ ਕਹਿੰਦਾ ਇਹੋ ਜਿਹਾ ਕੋਈ ਭੇਦ ਨਹੀਂ ਹੈਗਾ ਜਿਹੜਾ ਤੁਹਾਡੇ ਤੇ ਪ੍ਰਗਟ ਨਾ ਕੀਤਾ ਜਾਵੇ। ਹਾਲੇਲੂਇਆ। ਇਹ ਕੀ ਹੋਇਆ ਜਦੋਂ ਪਰਮੇਸ਼ਰ ਨੇ ਪੂਰੀ ਮਾਨਵ ਜਾਤੀ ਨੂੰ ਬਣਾਇਆ? ਤਾਂ ਕੀ ਹੋਇਆ? ਆਦਮ ਤੋਂ ਲੈ ਕੇ ਨੂਹ ਤੱਕ, ਨੂਹ ਦੇ ਸਮੇਂ ਤੱਕ ਕੀ ਹੋਇਆ? ਪੂਰੀ ਸ੍ਰਿਸ਼ਟੀ ਬਣਾਈ ਗਈ। ਜਦੋਂ ਪਰਮੇਸ਼ਰ ਨੇ ਦੇਖਿਆ, ਉਤਪਤ ਦੇ ਵਿੱਚ ਅਸੀਂ ਪੜਾਂਗੇ, ਉਤਪਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, ਉਸਦੇ 6ਵੇਂ ਅਧਿਆਇ ਦੀ 5 ਆਇਤ ਦੇ ਵਿੱਚ, ਯਹੋਵਾ ਨੇ ਦੇਖਾ ਕਿ ਮਨੁੱਖ की बुराई पृथ्वी पर बढ़ गई है। ਜਦੋਂ ਇਨਸਾਨ ਸਾਰੀ ਪ੍ਰਿਥਵੀ ਉੱਤੇ ਫੈਲ ਗਏ ਤਾਂ ਕੀ ਦੇਖਿਆ ਪਰਮੇਸ਼ਰ? ਕਿ ਜਿਹੜੀ ਇਨਸਾਨ ਦੀ ਬੁਰਾਈ ਆ ਧਰਤੀ ਉੱਤੇ ਫੈਲ ਗਈ, ਕਿ ਇਨਸਾਨ ਪਰਮੇਸ਼ਰ ਦਾ ਡਰ ਨਹੀਂ ਰੱਖ ਰਿਹਾ ਹੈਗਾ। ਹਾਲੇਲੂਇਆ। ਤੇ ਇਨਸਾਨ ਪਾਪ ਤੇ ਪਾਪ ਕਰਦਾ ਜਾ ਰਿਹਾ। यहोवा ने देखा कि मनुष्य की बुराई पृथ्वी पर बढ़ गई है, और उनके मन के विचारों में जो कुछ उत्पन्न होता है वह निरंतर बुरा ही होता है। परमेश्वर कहता इंसान इन्ना बुरा हो चुका, उसकी सोच दे विच, विचारां दे विच, दिल दे विच, दिमाग दे विच की हुंदा कि हर समय बुरे विचार ही हुंदे आ, बुरा ही हुंदा है। और यहोवा ने पृथ्वी पर मनुष्यों को बनाने से पछताया। जो परमेश्वर ने इस धरती ते इंसानां नूं बनाया ते जो देखा कि जिहड़ा मेरा इंसान है वो भटक चुका आ, ਉਹ ਮੇਰਾ ਡਰ ਨਹੀਂ ਰੱਖ ਰਿਹਾ, ਤਾਂ ਕੀ ਹੋਇਆ? ਸਾਰੀ ਮਾਨਵ ਜਾਤੀ ਭੜ ਗਈ। ਪਰਮੇਸ਼ਰ ਕਹਿੰਦਾ ਕਿ ਪਰਮੇਸ਼ਰ ਇਨਸਾਨ ਨੂੰ ਬਣਾ ਕੇ ਪਛਤਾਇਆ। ਤਾਂ ਪਰਮੇਸ਼ਰ ਨੇ ਉੱਥੇ ਇੱਕ ਫੈਸਲਾ ਕੀਤਾ, ਪਛਤਾਇਆ ਔਰ ਮਨ ਵਿੱਚ ਖੇਦਿਤ ਹੋਇਆ। ਪਰਮੇਸ਼ਰ ਦੁਖੀ ਹੋਇਆ ਕਿ ਮੈਂ ਇਨਸਾਨ ਨੂੰ ਕਿਉਂ ਬਣਾਇਆ? ਕਿ ਇਨਸਾਨ ਜਿਹੜਾ ਮੇਰਾ ਡਰ ਨਹੀਂ ਰੱਖ ਰਿਹਾ ਹੈਗਾ, ਆਪਣੇ ਬਣਾਉਣ ਵਾਲੇ ਦਾ, ਆਪਣੇ ਰਚਨਹਾਰ ਦਾ ਡਰ ਨਹੀਂ ਰੱਖ ਰਿਹਾ। ਤਾਂ ਪਰਮੇਸ਼ਰ ਨੇ ਉੱਥੇ ਕੀ ਕੀਤਾ? तब यहोवा ने कहा मैं मनुष्यों को जिसकी मैंने सृष्टि की है पृथ्वी के ऊपर से मिटा दूंगा। हालेलुया। ਪਰਮੇਸ਼ਰ ਨੇ ਇਹ ਫੈਸਲਾ ਕੀਤਾ। ਜਦੋਂ ਵੀ ਬਾਈਬਲ ਅਸੀਂ ਪੜ੍ਹਦੇ ਹਾਂ, ਬਾਈਬਲ ਦੀਆਂ ਜਿੰਨੀਆਂ ਵੀ ਘਟਨਾਵਾਂ ਪੜ੍ਹਦੇ ਹਾਂ, ਤਾਂ ਕੀ ਲਿਖਿਆ ਵਾ ਕਿ ਜਦੋਂ ਵੀ ਧਰਤੀ ਉੱਤੇ ਪਾਪ ਵਧਿਆ, ਜਿਨ੍ਹਾਂ ਇਨਸਾਨਾਂ ਨੇ ਪਰਮੇਸ਼ਰ ਦਾ ਡਰ ਨਹੀਂ ਰੱਖਿਆ, ਆਦਮ ਤੋਂ ਲੈ ਕੇ ਨੂਹ ਤੱਕ ਕੀ ਹੋਇਆ? ਜਿੰਨੀ ਵੀ ਮਾਨਵ ਜਾਤੀ ਸੀ ਸਾਰੀ ਖਤਮ ਹੋ ਗਈ, ਪਰ ਨੂਹ ਬਚਾਇਆ ਗਿਆ। ਕਿਉਂ? ਕਿਉਂਕਿ ਬਾਈਬਲ ਦੱਸਦੀ ਆ ਕਿ ਜਿਹੜਾ ਨੂਹ ਆ ਉਹ ਪਰਮੇਸ਼ਰ ਦੇ ਨਾਲ ਚੱਲਦਾ ਸੀਗਾ। ਹਾਲੇਲੂਇਆ। ਜਿਹੜਾ ਨੂਹ ਸੀਗਾ ਪਰਮੇਸ਼ਰ ਦੇ ਨਾਲ ਚੱਲਦਾ ਸੀਗਾ। ਇਹ ਸਾਨੂੰ ਮਿਲਦਾ ਆ ਨੂਹ ਦੀ ਉਤਪਤ ਦੀ ਕਿਤਾਬ, ਉਸਦਾ 5ਵਾਂ ਅਧਿਆਇ, ਉਸਦੀ 29 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, यहोवा ने जो पृथ्वी
को श्राप दिया, उसके विषय जय लड़का हमारे कामों में और उस कठिन परीक्षा में जो हम करते हैं हमको शांति देगा। क्योंकि ਜਿਹੜਾ ਨੂਹ ਸੀਗਾ ਉਸ ਸਮੇਂ ਦੇ ਲੋਕਾਂ ਨੂੰ ਕੀ ਦੇਵੇਗਾ? ਸ਼ਾਂਤੀ ਦੇਵੇਗਾ। ਤੇ ਜਿਹੜਾ ਨੂਹ ਸੀਗਾ ਉਹ ਕੀ ਕਰਦਾ ਸੀਗਾ? ਪਰਮੇਸ਼ਰ ਦੇ ਨਾਲ ਨਾਲ ਚੱਲਦਾ ਸੀਗਾ। ਹਾਲੇਲੂਇਆ। ਪਰਮੇਸ਼ਰ ਦੇ ਨਾਲ ਨਾਲ ਚੱਲਦਾ ਹੁੰਦਾ ਸੀਗਾ। ਕਿਸ ਤਰ੍ਹਾਂ ਪਰਮੇਸ਼ਰ ਦੇ ਨਾਲ ਨਾਲ ਚੱਲਣਾ? ਪਰਮੇਸ਼ਰ ਦੇ ਨਾਲ ਨਾਲ ਚੱਲਣ ਦਾ ਮਤਲਬ ਕੀ ਹੈ? ਨੂਹ 6 ਦੀ 9 ਆਇਤ ਦੇ ਵਿੱਚ ਲਿਖਿਆ ਵਾ, ਨੂਹ ਕੀ ਵੰਸ਼ਾਵਲੀ यह है कि ਨੂਹ ਧਰਮੀ ਪੁਰਸ਼ था। ਸਭ ਤੋਂ ਪਹਿਲਾਂ ਪਰਮੇਸ਼ਰ ਦੇ ਨਾਲ ਚੱਲਣ ਦਾ ਮਤਲਬ ਕੀ ਆ? ਕਿ ਇੱਕ ਇਨਸਾਨ ਧਰਮੀ ਹੁੰਦਾ ਆ। ਹਾਲੇਲੂਇਆ। ਜਿਹੜਾ ਇਨਸਾਨ ਪਰਮੇਸ਼ਰ ਦੇ ਨਾਲ ਚੱਲਦਾ ਆ ਉਹ ਧਰਮੀ ਹੁੰਦਾ। ਕਿ ਨੂਹ ਇੱਕ ਧਰਮੀ ਪੁਰਸ਼ था और उस समय के लोगों में खरा था। ਉਹ ਬਾਕੀ ਲੋਕਾਂ ਦੇ ਵਿੱਚ ਕੀ ਹੁੰਦਾ? ਖਰਾ ਹੁੰਦਾ ਹੈ। ਉਹਦੇ ਵਿੱਚ ਬੁਰਾਈ ਨਹੀਂ ਹੁੰਦੀ ਹੈਗੀ। और ਨੂਹ परमेश्वर ही के साथ साथ चलता था। 9 ਆਇਤ ਦੇ ਵਿੱਚ ਲਿਖਿਆ ਹੋਇਆ 6 ਦੀ 9। ਤੇ ਪਰਮੇਸ਼ਰ ਦੇ ਨਾਲ ਨਾਲ ਚੱਲਣ ਦਾ ਮਤਲਬ ਕੀ ਹੈਗਾ? ਪਰਮੇਸ਼ਰ ਦਾ ਭੈ ਮੰਨਣਾ, ਪਰਮੇਸ਼ਰ ਦੀ ਆਗਿਆ ਦੇ ਅਨੁਸਾਰ ਚੱਲਣਾ। ਜੇ ਪਰਮੇਸ਼ਰ ਸਾਨੂੰ ਕਹਿੰਦਾ ਹੈ ਕਿ ਸੱਜੇ ਚੱਲ ਤਾਂ ਸੱਜੇ ਚੱਲਣਾ। ਇਹ ਨਹੀਂ ਜੇ ਪਰਮੇਸ਼ਰ ਕਹਿੰਦਾ ਸੱਜੇ ਚੱਲ ਖੱਬੇ ਜਾਣਾ, ਨਹੀਂ। ਪਰਮੇਸ਼ਰ ਦੇ ਨਾਲ ਨਾਲ ਚੱਲਣ ਦਾ ਮਤਲਬ ਹੈ ਕਿ ਪਰਮੇਸ਼ਰ ਜਿੱਧਰ ਜਾ ਰਿਹਾ ਸਾਨੂੰ ਜਾਣ ਦੇ ਲਈ ਕਹਿ ਰਿਹਾ ਉਧਰ ਅਸੀਂ ਚੱਲੀਏ। ਹਾਲੇਲੂਇਆ। ਹਨੋਕ ਬਾਈਬਲ ਦੱਸਦੀ ਆ, ਹਨੋਕ ਪਰਮੇਸ਼ਰ ਦੇ ਨਾਲ ਨਾਲ ਚੱਲਿਆ ਤੇ ਉਹਦੀ ਉਪਸਥਿਤੀ ਵਿੱਚ ਅਲੋਪ ਹੋ ਗਿਆ ਬਿਨਾਂ ਮੌਤ ਦਾ ਸਵਾਦ ਚੱਕੇ। ਪਰਮੇਸ਼ਰ ਦਾ ਜੋ ਇਨਸਾਨ ਪਰਮੇਸ਼ਰ ਦਾ ਡਰ ਰੱਖਦਾ ਆ ਉਹ ਪਰਮੇਸ਼ਰ ਦੀ ਆਗਿਆ ਨੂੰ ਮੰਨਦਾ ਆ ਤੇ ਪਰਮੇਸ਼ਰ ਜਿਹੜਾ ਮਾਰਗਦਰਸ਼ਨ ਉਸ ਇਨਸਾਨ ਦਾ ਕਰਦਾ ਆ ਤੇ ਉਧਰ ਉਧਰ ਜਾਂਦਾ ਆ। ਹਾਲੇਲੂਇਆ। ਕੀ ਹੋਇਆ? ਜਦੋਂ ਆਦਮ ਦੇ ਸਮੇਂ ਸਾਰੀ ਜਿਹੜੀ ਮਾਨਵ ਜਾਤੀ ਸੀ ਪਾਪ ਦੇ ਵਿੱਚ ਪੈ ਗਈ ਤਾਂ ਜਿਹੜਾ ਨੂਹ ਸੀਗਾ ਉਹ ਨੂਹ ਇੱਕ ਇਕੱਲਾ ਧਰਮੀ ਸੀਗਾ ਜਿਹੜਾ ਪਰਮੇਸ਼ਰ ਦੇ ਨਾਲ ਨਾਲ ਚੱਲਦਾ ਸੀਗਾ। ਹਾਲੇਲੂਇਆ। ਤਾਂ ਕੀ ਹੋਇਆ? ਜਦੋਂ ਪੂਰੀ ਮਾਨਵ ਜਾਤੀ ਪਾਪ ਦੇ ਵਿੱਚ ਪੈ ਗਈ ਤਾਂ ਪਰਮੇਸ਼ਰ ਨੇ ਆਪਣੀ ਸਾਰੀ ਮਾਨਵ ਜਾਤੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ। ਪਰ ਜਿਹੜੀ ਨੂਹ ਪਰਮੇਸ਼ਰ ਦੀ ਦ੍ਰਿਸ਼ਟੀ ਸੀਗੀ ਉਹ ਨੂਹ ਦੇ ਉੱਤੇ ਸੀਗੀ। ਨੂਹ ਉਸ ਸਮੇਂ ਕੀ ਹੋਇਆ? ਬਚਾਇਆ ਗਿਆ। ਪਰਮੇਸ਼ਰ ਨੇ ਨੂਹ ਦੇ ਨਾਲ ਗੱਲਬਾਤ ਕੀਤੀ। ਨੂਹ ਨੂੰ ਕਿਹਾ ਇੱਕ ਜਹਾਜ਼ ਬਣਾ, ਉਸ ਨੂੰ 150 ਹੱਥ ਲੰਬਾ ਬਣਾਈ, 50 ਹੱਥ ਚੌੜਾ ਬਣਾਈ, 30 ਹੱਥ ਉੱਚਾ ਬਣਾਈ। ਪਰਮੇਸ਼ਰ ਦੇਖੋ ਲੰਬਾਈ ਚੌੜਾਈ ਤੇ ਉਚਾਈ ਨੂੰ ਵੀ ਜਾਣਦਾ ਆ। ਹਾਲੇਲੂਇਆ। ਉਹ ਹਰ ਇੱਕ ਕੰਮ ਕਿਸ ਤਰ੍ਹਾਂ ਕਰਨਾ ਉਹ ਇਨਸਾਨ ਨੂੰ ਪਲੈਨਿੰਗ ਦਿੰਦਾ, ਯੋਜਨਾ ਦਿੰਦਾ। ਤੇ ਪਰਮੇਸ਼ਰ ਨੇ ਇੱਕ ਯੋਜਨਾ ਬਣਾਈ। ਉਸ ਯੋਜਨਾ ਕਾਹਦੀ ਸੀਗੀ? ਇੱਕ ਜਹਾਜ਼ ਬਣਾਉਣ ਦੀ। ਉਸ ਜਹਾਜ਼ ਦੇ ਵਿੱਚ ਪਰਮੇਸ਼ਰ ਨੇ ਉਸ ਨੂਹ ਨੂੰ ਰੱਖਿਆ ਤੇ ਜੀਵ ਜੰਤੂਆਂ ਨੂੰ ਰੱਖਿਆ, ਉਸਦੇ ਖਾਣ ਦਾ ਪਹਿਨਣ ਦਾ ਸਾਰਾ ਪ੍ਰਬੰਧ ਕੀਤਾ। ਹਾਲੇਲੂਇਆ। ਤਾਂ ਕੀ ਹੋਇਆ ਕਿ ਸੰਸਾਰ ਉੱਤੇ ਕੀ ਆਇਆ? ਪੂਰੀ ਮਾਨਵ ਜਾਤੀ ਉੱਤੇ, ਪੂਰੀ ਧਰਤੀ ਉੱਤੇ ਕੀ ਹੋਇਆ? ਬਾਰਿਸ਼ ਆਈ, ਤੂਫਾਨ ਆਇਆ, ਮੀਂਹ ਪੈਣਾ ਸ਼ੁਰੂ ਹੋਇਆ। 40 ਦਿਨ ਰਾਤ ਲਗਾਤਾਰ ਮੀਂਹ ਪੈਂਦਾ ਰਿਹਾ। ਤਾਂ ਕੀ ਹੋਇਆ? ਜਦੋਂ 40 ਦਿਨ ਰਾਤ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਕੀ ਹੋਇਆ? ਜਿਹੜਾ ਨੂਹ ਸੀਗਾ ਉਹ ਨੂਹ ਕਿਸ਼ਤੀ ਦੇ ਅੰਦਰ ਸੀਗਾ ਤਾਂ ਕੀ ਹੋਇਆ? ਮਾਨਵ ਜਾਤੀ ਜਿਹੜੀ ਸੀਗੀ ਉਹ ਪਾਣੀ ਦੇ ਨਾਲ ਮਰ ਗਈ। ਪੂਰੀ ਧਰਤੀ ਉੱਤੇ ਖਾਤਮਾ ਹੋ ਗਿਆ। ਜਿੰਨੇ ਵੀ ਆਦਮ ਤੋਂ ਲੈ ਕੇ ਨੂਹ ਤੱਕ ਜਿੰਨੇ ਵੀ ਸਾਰੀ ਸ੍ਰਿਸ਼ਟੀ ਸੀਗੀ ਉਹ ਪਾਣੀ ਦੇ ਵਿੱਚ ਡੁੱਬ ਕੇ ਮਰ ਗਈ। ਇੱਥੇ ਤੱਕ ਜੀਵ ਜੰਤੂ ਵੀ ਮਰ ਗਏ। ਤਾਂ ਕੀ ਕੀਤਾ? ਪਰਮੇਸ਼ਰ ਨੇ ਨੂਹ ਨੂੰ ਬਚਾਇਆ। ਜਿਹੜਾ ਇਨਸਾਨ ਪਰਮੇਸ਼ਰ ਦਾ ਡਰ ਰੱਖਦਾ ਹੈ, ਪਰਮੇਸ਼ਰ ਦੇ ਪਿੱਛੇ ਪਿੱਛੇ ਚੱਲਦਾ, ਉਹਦੀ ਆਗਿਆ ਦੇ ਅਨੁਸਾਰ ਚੱਲਦਾ, ਪਰਮੇਸ਼ਰ ਆਪਣੇ ਲੋਕਾਂ ਦੀ ਰੱਖਿਆ ਕਰਦਾ ਜਿਸ ਤਰ੍ਹਾਂ ਉਸਨੇ ਨੂਹ ਦੀ ਕੀਤੀ। ਹਾਲੇਲੂਇਆ। ਜਦੋਂ ਪਰਮੇਸ਼ਰ ਨੇ ਅਸੀਂ ਬਾਈਬਲ 'ਚ ਪੜ੍ਹਦੇ ਹਾਂ ਸਦੋਮ ਤੇ ਮੁਰਾ ਨੂੰ ਨਾਸ਼ ਕੀਤਾ ਅੱਗ ਦੇ ਨਾਲ ਤਾਂ ਕੀ ਹੋਇਆ? ਉਸ ਸਮੇਂ ਲੂਤ ਦੀ ਵੀ ਪਰਮੇਸ਼ਰ ਨੇ ਰੱਖਿਆ ਕੀਤੀ। ਪਰਮੇਸ਼ਰ ਨੇ ਕਿਹਾ ਇਸ ਸ਼ਹਿਰ ਤੋਂ ਬਾਹਰ ਜਾ ਲੂਤ ਨੂੰ, ਤੇ ਲੂਤ ਆਪਣੀ ਪਤਨੀ ਤੇ ਆਪਣੀ ਬੇਟੀਆਂ ਨੂੰ ਲੈ ਕੇ ਸ਼ਹਿਰ ਤੋਂ ਬਾਹਰ ਚਲਾ ਗਿਆ। ਹਾਲੇਲੂਇਆ। ਤਾਂ ਕੀ ਹੋਇਆ? ਉਹ ਲੂਤ ਬਚਾਇਆ ਗਿਆ। ਜਿੰਨੇ ਵੀ ਜਦੋਂ ਸਦੂਮ ਤੇ ਮੁਰਾ ਦੇ ਵਿੱਚ ਪਾਪ ਵਧਿਆ, ਜਿੱਥੇ ਜਿੱਥੇ ਵੀ ਪਾਪ ਵੱਧਦਾ ਆ ਉੱਥੇ ਕੀ ਆਉਂਦੀ ਆ? ਮੌਤ ਆਉਂਦੀ ਆ। ਹਾਲੇਲੂਇਆ। ਅੱਜ ਵੀ ਅਸੀਂ ਦੇਖ ਰਹੇ ਹਾਂ ਦੁਨੀਆ ਉੱਤੇ ਪਾਪ ਵੱਧ ਰਿਹਾ ਆ ਤੇ ਪਾਪ ਦੇ ਕਾਰਨ ਕੀ ਆ ਰਹੀ ਆ? ਮੌਤ ਆ ਰਹੀ ਆ। ਬਾਈਬਲ ਕਹਿੰਦੀ ਹੈ ਪਾਪ ਦੀ ਮਜ਼ਦੂਰੀ ਮੌਤ ਹੈ। ਤੇ ਮੌਤ ਡਾਇਰੈਕਟ ਨਹੀਂ ਆਉਂਦੀ ਹੈਗੀ, ਕੋਈ ਨਾ ਕੋਈ ਰੀਜ਼ਨ ਹੁੰਦਾ ਹੈ, ਕੋਈ ਨਾ ਕੋਈ ਕਾਰਨ ਹੁੰਦਾ ਹੈ। ਇਸ ਲਈ ਜਦੋਂ ਆਦਮ ਨੇ ਪਾਪ ਕੀਤਾ ਉਸ ਤੋਂ ਬਾਅਦ ਉਹ ਮਰਿਆ। ਨੂਹ ਦੇ ਸਮੇਂ ਲੋਕਾਂ ਨੇ ਪਾਪ ਕੀਤਾ, ਮਰਿਆ। ਸਦੂਮ ਤੇ ਮੁਰਾ ਦੇ ਲੋਕਾਂ ਨੇ ਕੀ ਕੀਤਾ? ਪਾਪ ਕੀਤਾ, ਨਾਸ਼ ਹੋਏ। ਹਾਲੇਲੂਇਆ। ਜਦੋਂ ਵੀ ਬਾਈਬਲ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਜਦੋਂ ਵੀ ਪਾਪ ਹੋਏ, ਹਨਨਿਆ ਤੇ ਸਫੀਰਾ ਦੇ ਸਮੇਂ ਕੀ ਹੋਇਆ? ਪਤਰਸ ਦੇ ਅਧਿਆਇ ਦੇ ਪ੍ਰੇਰਿਤੋਂ ਦੇ ਕੰਮ ਦੇ ਵਿੱਚ ਸਾਨੂੰ ਮਿਲਦਾ ਆ ਹਨਨਿਆ ਤੇ ਸਫੀਰਾ ਦੇ ਬਾਰੇ। ਉਹਨਾਂ ਨੇ ਗਲਤੀ ਕੀਤੀ, ਪਾਪ ਕੀਤਾ, ਮੌਤ, ਮਰ ਗਈ ਉਸੇ ਸਮੇਂ। ਜਦੋਂ ਵੀ ਪਾਪ ਆਂਦਾ ਆ ਦੁਨੀਆ ਉੱਤੇ, ਜਿਹੜਾ ਇਨਸਾਨ ਪਰਮੇਸ਼ਰ ਦਾ ਡਰ ਨਹੀਂ ਰੱਖਦਾ ਉਹ ਪਾਪ ਦੇ ਵਿੱਚ ਚੱਲਦਾ ਆ, ਬੁਰਾਈ ਦੇ ਵਿੱਚ ਚੱਲਦਾ ਆ। ਉਹ ਜਿਹੜਾ ਇਨਸਾਨ ਪਰਮੇਸ਼ਰ ਦੇ ਪਿੱਛੇ ਨਹੀਂ ਚੱਲਦਾ ਉਹ ਪਰਮੇਸ਼ਰ ਤੋਂ ਦੂਰ ਚੱਲਦਾ। ਕੀ ਹੁੰਦਾ? ਉਹਦੀ ਜ਼ਿੰਦਗੀ ਦੇ ਵਿੱਚ ਮੌਤ ਆ ਜਾਂਦੀ ਹੈ। ਇਹ ਵਾਇਰਸ ਕਿਉਂ ਆਇਆ ਹੋਇਆ ਇਸ ਸੰਸਾਰ ਦੇ ਵਿੱਚ? ਇਹ ਮੌਤ ਕਿਉਂ ਆ ਰਹੀ ਹੈ? ਪਰ ਸਾਨੂੰ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ, ਕਿਉਂਕਿ ਉਹ ਸਰੀਰ ਨੂੰ ਨਾਸ਼ ਕਰ ਰਹੀ ਹੈ। ਪਰ ਸਰੀਰ ਤੇ ਆਤਮਾ ਨੂੰ ਨਾਸ਼ ਕਰਨ ਵਾਲੇ ਤੋਂ ਸਾਨੂੰ ਡਰਨ ਦੀ ਜ਼ਰੂਰਤ ਹੈ। ਹਾਲੇਲੂਇਆ। ਅਯੂਬ
ਦਾਊਦ ਆਪਣੇ ਭਜਨ ਸਾਹਿਤਾ ਦੇ ਵਿੱਚ ਇਸ ਤਰ੍ਹਾਂ ਲਿਖਦਾ ਆ 25 ਦੀ ਅਗਰ 12 ਪੜਾਂਗੇ ਤਾਂ ਉੱਥੇ ਲਿਖਿਆ ਵਾ ਭਜਨ ਸਾਹਿਤਾ ਦਾਊਦ ਕੀ ਲਿਖਦਾ, ਕਹਿੰਦਾ ਵੈ ਕੌਣ ਹੈ ਜੋ ਯਹੋਵਾ ਕਾ ਬੈ ਮੰਨਤਾ ਹੈ। ਕਹਿੰਦਾ ਕੋਈ ਹੈ ਜਿਹੜਾ ਪਰਮੇਸ਼ਰ ਦਾ ਭੈ ਮੰਨਦਾ, ਡਰ ਮੰਨਦਾ ਆ। ਸਵਾਲ ਕਰਦਾ ਆ ਕੋਈ ਸੰਸਾਰ ਦੇ ਵਿੱਚ ਹੈ ਕਹਿੰਦਾ ਪਰਮੇਸ਼ਰ ਦਾ ਡਰ ਮੰਨਣ ਵਾਲਾ। ਹਾਲੇਲੂਇਆ। ਅਗਰ ਤੁਸੀਂ ਪਰਮੇਸ਼ਰ ਦਾ ਡਰ ਮੰਨ ਰਹੇ ਹੋ ਤਾਂ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈਗੀ। ਹਾਲੇਲੂਇਆ। ਅਗਰ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਚੱਲਣ ਵਾਲੇ ਹੋ, ਪਰਮੇਸ਼ਰ ਦੇ ਲੋਕ, ਪਰਮੇਸ਼ਰ ਦੇ ਪਿੱਛੇ ਚੱਲਣ ਵਾਲੇ ਹੋ, ਪਰਮੇਸ਼ਰ ਜਿਸ ਪਾਸੇ ਤੁਹਾਨੂੰ ਸੰਦੇਸ਼ ਦੇ ਰਿਹਾ, ਜਿਸ ਪਾਸੇ ਨੂੰ ਜਾਣ ਨੂੰ ਕਹਿ ਰਿਹਾ ਆ, ਅਗਰ ਅਸੀਂ ਪਰਮੇਸ਼ਰ ਦੀ ਭਗਤੀ ਕਰਦੇ ਹਾਂ, ਪਰਮੇਸ਼ਰ ਦੀ ਆਰਾਧਨਾ ਕਰਦੇ ਹਾਂ, ਉਸ ਜਿੰਦਾ ਖੁਦਾ ਦੀ ਜਿਸ ਨੇ ਸਾਨੂੰ ਬਣਾਇਆ, ਜਿਹੜਾ ਸਾਨੂੰ ਚਲਾ ਰਿਹਾ ਆ, ਜੋ ਜਨਰੇਟ ਆਪਰੇਟ ਤੇ ਡਿਸਟਰੋਏ ਕਰਨ ਦੀ ਸਾਮਰਥ ਰੱਖਦਾ ਹੈ, ਅਗਰ ਉਸ ਖੁਦਾ ਦੇ ਪਿੱਛੇ ਅਸੀਂ ਚੱਲ ਰਹੇ ਹਾਂ, ਗੋਡ ਦੇ ਪਿੱਛੇ ਚੱਲ ਰਹੇ ਹਾਂ, ਪ੍ਰਭੂ ਯਿਸੂ ਮਸੀਹ ਦੀ ਬਚਨਾਂ ਨੂੰ ਮੰਨ ਰਹੇ ਹਾਂ, ਤਾਂ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈਗੀ। ਸਾਨੂੰ ਸਿਰਫ ਪਰਮੇਸ਼ਰ ਦਾ ਭੈ ਮੰਨਣ ਦੀ ਜ਼ਰੂਰਤ ਹੈ, ਉਹਦੇ ਨਾਲ ਨਾਲ ਚੱਲਣ ਦੀ ਜ਼ਰੂਰਤ ਹੈ। ਹਾਲੇਲੂਇਆ। ਜਿਹੜਾ ਇਨਸਾਨ ਪਰਮੇਸ਼ਰ ਦੇ ਨਾਲ ਨਾਲ ਚੱਲਦਾ ਆ, ਉਹ ਪਰਮੇਸ਼ਰ ਉਸ ਨੂੰ ਉਠਾ ਲੈਂਦਾ ਆ, ਪਰਮੇਸ਼ਰ ਉਸ ਇਨਸਾਨ ਤੋਂ ਖੁਸ਼ ਹੁੰਦਾ ਆ। ਹਾਲੇਲੂਇਆ। ਤੇ ਜਿਹੜਾ ਇਨਸਾਨ ਪਰਮੇਸ਼ਰ ਦਾ ਭੈ ਮੰਨਦਾ ਆ, ਤੇ ਦਾਊਦ ਕੀ ਕਹਿੰਦਾ ਆ, वह कौन है जो यहोवा का भय मानता है, यहोवा उसको उसी मार्ग पर जिससे वह प्रसन्न होता है चलाएगा। हालेलुया। वह कुशल से टिका रहेगा और उसका वंश धरती पर अधिकारी होगा। हालेलुया। कहना वह वो खुशी दे नाल, कुशल दे नाल, शांति दे नाल टिकिया रहेगा ਜਿਹੜਾ ਇਨਸਾਨ ਪਰਮੇਸ਼ਰ ਦਾ ਭੈ ਮੰਨਦਾ ਹੈ। ਹਾਲੇਲੂਇਆ। ਜੇ ਅਸੀਂ ਅੱਜ ਪਰਮੇਸ਼ਰ ਦਾ ਭੈ ਮੰਨਣ ਵਾਲੇ ਆ ਤਾਂ ਅਸੀਂ ਖੁਸ਼ੀ ਦੇ ਨਾਲ, ਬਿਮਾਰੀ ਦੇ ਵਿੱਚ, ਤੰਗੀ ਦੇ ਵਿੱਚ, ਮੁਸ਼ਕਲ ਦੇ ਵਿੱਚ ਟਿਕੇ ਰਵਾਂਗੇ। ਪਰਮੇਸ਼ਰ ਸਾਡੇ ਲਈ ਅੱਛਾ ਮਾਰਗ, ਉਸ ਮਾਰਗ ਨੂੰ ਤਿਆਰ ਕਰੇਗਾ ਜਿਹੜੇ ਸਾਡੇ ਲਈ ਉੱਤਮ ਹੋਵੇਗਾ। ਹਾਲੇਲੂया। यहोवा के भेद को वही जानते हैं जो उससे डरते हैं। हालेलुया। कहना परमेश्वर ਦੇ ਭੇਦ ਨੂੰ, परमेश्वर ਦੇ ਭੇਦ ਨੂੰ कौन जानते हैं? यहोवा के भेद को वही जानते हैं जो उससे डरते हैं और वह अपनी वाचा उन पर प्रगट करता है। हालेलुया। वो अपनियां गल्लां ते अपने भेद उन्हां उत्ते प्रगट करदा आ ਜਿਹੜੇ ਉੱਤੇ ਡਰਦੇ ਸੀਗੇ। ਨੂੰ ਡਰਦਾ ਸੀਗਾ ਪਰਮੇਸ਼ਰ ਤੋਂ। ਹਾਲੇਲੁਇਆ। ਤੇ ਨੂੰ ਬਚਾਇਆ ਗਿਆ। ਲੂਤ ਡਰਦਾ ਸੀਗਾ ਪਰਮੇਸ਼ਰ ਤੋਂ, ਲੂਤ ਬਚਾਇਆ ਗਿਆ। ਜਿਹੜੇ ਪਰਮੇਸ਼ਰ ਦਾ ਡਰ ਰੱਖਦੇ ਆ ਉਹ ਬਚਾਏ ਜਾਣਗੇ ਇਸ ਵਿਪੱਤੀ ਦੇ ਵਿੱਚ। ਹਾਲੇਲੂਇਆ। ਕਿਉਂਕਿ ਬਾਈਬਲ ਕਹਿੰਦੀ ਹੈ ਅੰਤ ਦੇ ਸਮੇਂ ਦੇ ਵਿੱਚ ਵਿਪੱਤੀਆਂ ਆਣਗੀਆਂ, ਮਹਾਮਾਰੀਆਂ ਆਣਗੀਆਂ, ਭੂਖਮ ਆਣਗੇ, ਭੂਚਾਲ ਆਣਗੇ, ਭੁੱਖਮਰੀਆਂ ਪੈਣਗੀਆਂ, ਅਕਾਲ ਪੈਣਗੇ, ਇੱਥੋਂ ਤੱਕ ਲੋਕ ਆਪਣੇ ਬੱਚਿਆਂ ਨੂੰ ਵੀ ਵੱਢ ਕੇ ਖਾ ਲੈਣਗੇ। ਹਾਲੇਲੂਇਆ। ਪਰ ਜਿਹੜਾ ਇਨਸਾਨ ਪਰਮੇਸ਼ਰ ਦਾ ਭੈ ਮੰਨਦਾ, ਯਹੋਵਾ ਕੀ ਕਰਦਾ, ਆਪਣੀ ਯੋਜਨਾ ਨੂੰ ਉਹਦੇ ਉੱਤੇ ਪ੍ਰਗਟ ਕਰਦਾ ਆ। ਪਰਮੇਸ਼ਰ ਦੱਸਦਾ ਹੈ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਆਹ ਕੰਮ ਕਰਨ ਜਾ ਰਿਹਾ ਆ, ਆਪਣੇ ਵਚਨ ਦੇ ਦੁਆਰਾ ਸਮਝਾਉਂਦਾ ਆ। ਤੇ ਸਾਨੂੰ ਪਰਮੇਸ਼ਰ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਸਾਨੂੰ ਬਿਮਾਰੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈਗੀ, ਪਰਮੇਸ਼ਰ ਤੋਂ ਦਾ ਭੈ ਰੱਖਣ ਦੀ ਜ਼ਰੂਰਤ ਹੈ। ਹਾਲੇਲੂਇਆ। ਜਦ ਆਦਮ ਨੇ ਪਰਮੇਸ਼ਰ ਦਾ ਭੈ ਨਹੀਂ ਰੱਖਿਆ, ਉਸਦੀ ਆਗਿਆ ਤੋਂ ਬਾਹਰ ਗਿਆ, ਕੀ ਹੋਇਆ? ਮੌਤ ਉਸਦੀ ਜ਼ਿੰਦਗੀ ਦੇ ਵਿੱਚ ਆ ਗਈ। ਕੈਨ ਨੇ ਕੀ ਕੀਤਾ? ਆਪਣੇ ਭਰਾ ਨੂੰ ਹਾਵਲ ਨੂੰ ਮਾਰ ਦਿੱਤਾ ਤੇ ਉਸਦੀ ਜ਼ਿੰਦਗੀ ਦੇ ਵਿੱਚ ਵੀ ਪਾਪ ਆਇਆ, ਉਹ ਵੀ ਮਾਰਿਆ ਗਿਆ। ਹਾਲੇਲੂਇਆ। ਬਾਈਬਲ ਸਾਨੂੰ ਇਸ ਤਰ੍ਹਾਂ ਦੱਸਦੀ ਆ ਕੀ ਹੋਇਆ ਜਦੋਂ ਆਦਮ ਨੂੰ ਕਿਸ਼ਤੀ ਦੇ ਵਿੱਚ ਸੀਗਾ। ਆਦਮ ਦੇ ਸਮੇਂ ਬਾਕੀ ਲੋਕ ਮਰ ਗਏ ਸੀਗੇ, ਪਰ ਜਿਹੜਾ ਨੂਹ ਸੀਗਾ ਉਹ ਕਿਸ਼ਤੀ ਦੇ ਵਿੱਚ ਸੀਗਾ। ਕਿਸ਼ਤੀ ਜਿਸ ਤਰ੍ਹਾਂ ਮੀਂਹ ਪੈ ਰਿਹਾ ਸੀਗਾ, ਉਹ ਕਿਸ਼ਤੀ ਉੱਪਰ ਜਾ ਰਹੀ ਸੀਗੀ। ਹਾਲੇਲੂਇਆ। ਤੇ ਪਰਮੇਸ਼ਰ ਦੇ ਲੋਕ ਵੀ ਜਿਸ ਤਰ੍ਹਾਂ ਦੁਨੀਆ ਉੱਤੇ ਬਿਮਾਰੀ ਆਏਗੀ, ਵਿਪੱਤੀਆਂ ਆਣਗੀਆਂ, ਮੁਸ਼ਕਲਾਂ ਆਣਗੀਆਂ, ਪਰਮੇਸ਼ਰ ਦੇ ਲੋਕ ਵੀ ਉੱਪਰ ਜਾਣਗੇ, ਉੱਚੇ ਉਠਾਏ ਜਾਣਗੇ। ਹਾਲੇਲੂਇਆ। ਤੇ ਯਿਸੂ ਮਸੀਹ ਆਏਗਾ ਤੇ ਬੱਦਲਾਂ ਤੇ ਉਠਾਏ ਜਾਣਗੇ। ਆਮੀਨ। ਹਾਲੇਲੂਇਆ। ਯਿਸੂ ਮਸੀਹ ਆ ਰਿਹਾ ਆ। ਜਿਸ ਤਰ੍ਹਾਂ ਨੂਹ ਕੀ ਹੋਇਆ, ਧਰਤੀ ਤੋਂ ਕਿਸ਼ਤੀ ਦੇ ਵਿੱਚ ਸੀਗਾ ਤੇ ਉੱਪਰ ਉਠਾਇਆ ਗਿਆ। ਕਿਸ਼ਤੀ ਉੱਚੀ ਚੜ ਗਈ, ਜਿੰਨਾ ਬਾਰਿਸ਼ ਹੋ ਰਹੀ, ਜਿੰਨਾ ਮੀਂਹ ਪੈ ਰਿਹਾ, ਜਿੰਨਾ ਪਾਣੀ ਜਮਾ, ਕਿਸ਼ਤੀ ਉੱਪਰ ਉੱਪਰ, ਹੋਰ ਉੱਪਰ, ਹੋਰ ਉੱਪਰ, ਹੋਰ ਉੱਪਰ, ਇੱਥੋਂ ਤੱਕ ਪਹਾੜ ਪਾਣੀ ਨਾਲ ਭਰ ਗਏ, ਪਰ ਕਿਸ਼ਤੀ ਡੁੱਬੀ ਨਹੀਂ, ਕਿਸ਼ਤੀ ਉੱਪਰ। ਹਾਲੇਲੂਇਆ। ਤੇ ਮਸੀਹੀ ਵੀ ਹੁਣ ਉੱਪਰ ਜਾਣ ਵਾਲੇ ਆ। ਹਾਲੇਲੂਇਆ। ਮਸੀਹੀ ਵੀ ਸਾਡੇ ਉੱਪਰ ਜਾਣ ਵਾਲੇ ਆ। ਜਿੰਨੇ ਵੀ ਮਸੀਹ ਆ, ਜਿੰਨੇ ਵੀ ਖੁਦਾ ਦੇ ਸੇਵਕ ਆ, ਉਹ ਉੱਪਰ ਜਾਣ ਵਾਲੇ ਆ। ਸਾਨੂੰ ਉੱਪਰ ਜਾਣ ਦੀ ਤਿਆਰੀ ਕਰਨੀ ਆ। ਹਾਲੇਲੂਇਆ। ਅਲੱਗ ਹੋਏ, ਪਰਮੇਸ਼ਰ ਨੇ ਅਲੱਗ ਕੀਤਾ ਉਹਨਾਂ ਤੋਂ, ਤੇ ਸਾਨੂੰ ਚੁਣਿਆ ਹੋਇਆ ਪਰਮੇਸ਼ਰ ਨੇ, ਆਪਣੇ ਲੋਕਾਂ ਨੂੰ ਚੁਣਿਆ, ਤੁਹਾਨੂੰ ਚੁਣਿਆ ਹੋਇਆ ਪਰਮੇਸ਼ਰ ਨੇ, ਸਾਨੂੰ ਅਲੱਗ ਕੀਤਾ। ਲੂਤ ਨੂੰ ਅਲੱਗ ਕੀਤਾ ਉਹਨਾਂ ਲੋਕਾਂ ਤੋਂ। ਪਰਮੇਸ਼ਰ ਨੇ ਸਾਨੂੰ ਅਲੱਗ ਕਰਕੇ ਠਹਿਰਾਇਆ ਹੋਇਆ। ਤੇ ਯਿਸੂ ਮਸੀਹ ਆ ਰਿਹਾ ਤੇ ਅਸੀਂ ਉੱਪਰ ਜਾ ਰਹੇ ਹਾਂ। ਜਿਸ ਤਰ੍ਹਾਂ ਨੂਹ ਦੀ ਕਿਸ਼ਤੀ ਉੱਪਰ ਗਈ ਤੇ ਬਚਾਇਆ ਗਿਆ, ਅਸੀਂ ਵੀ ਉੱਪਰ ਜਾਵਾਂਗੇ ਤੇ ਬਚਾਏ ਜਾਵਾਂਗੇ। ਹਾਲੇਲੂਇਆ। ਰੋਮੀਆਂ ਅਸੀਂ 8ਵਾਂ ਅਧਿਆਇ ਉਹਦਾ ਇੱਕ ਵਚਨ ਪੜਾਂਗੇ। ਉੱਥੇ ਇਸ ਤਰ੍ਹਾਂ ਲਿਖਿਆ,
अब जो यीशु मसीह में है उन पर दंड की आज्ञा नहीं है। ਹਾਲੇਲੂਇਆ। ਜਿਹੜੇ ਯਿਸੂ ਮਸੀਹ ਦੇ ਵਿੱਚ ਹਨ ਉਹਨਾਂ ਉਤੇ ਦੰਡ ਦੀ, ਉਹਨਾਂ ਤੇ ਸਜ਼ਾ ਦੀ, ਉਹਨਾਂ ਦੇ ਉੱਤੇ ਬਿਮਾਰੀ ਦੀ, ਉਹਨਾਂ ਤੇ ਵਾਇਰਸ ਦੀ ਆज्ञा नहीं है। हालेलुया। क्योंकि वह शरीर के अनुसार नहीं वरना आत्मा के अनुसार चलाए चलते हैं। जे असी आत्मा के अनुसार, पवित्र आत्मा के अनुसार चलाए चलते हैं है ना, साडे उत्ते की है, दंड की आज्ञा नहीं है। अब जो यीशु मसीह में है, यीशु मसीह दे विच हन, नूह किहदे विच सीगा? केसी दे विच। जे असी भी यीशु मसीह दे विच, उहदी आज्ञा दे विच, उहदी पवित्रताई दे विच हां, तां सानूं डरन दी जरूरत नहीं है। परमेश्वर अपने लोगों की रक्षा करता है। हालेलुया। बाइबल कहती है कि जिहड़ा अजूब 28 दे विच इस तरह लिखा, परमेश्वर का डर रखना की है? बुद्ध है, बुद्ध का आरंभ है। ते बुराई तो दूर रहना, बुराई तो दूर रहना समझदारी है। हालेलुया। अजूब 28 दे विच लिखा हुआ, जिहड़ा परमेश्वर का असीं डर रखना है। अज इंसान परमेश्वर का ही डर नहीं रख रहा। सानूं परमेश्वर तो डरन की जरूरत है, ना सानूं किसी होर इंसानां तो डरन की जरूरत है, ना सानूं बीमारी तो डरन की जरूरत है, ना किसी सानूं तकलीफ तो डरन की जरूरत है। कोई भी विपत्ति साडा कुछ नहीं बिगाड़ सकती। परमेश्वर कहंदा धर्मियां दे घर जय जयकार की आवाज़ आएगी। हालेलुया। धर्मियां दे घर जय जयकार की आवाज़ आउंदी है। हालेलुया। परमेश्वर अपने लोगों के नाल हमेशा रहिंदा है। परमेश्वर अपने लोगों नूं कदे भी कल्ला नहीं छड्डदा। वो मैनूं ते तुहानूं कल्ला कदे भी नहीं छड्डदा। परमेश्वर कहंदा ना डर ना घबरा, मैं तेरे संग जो हाँ। कहंदा इधर उधर मत देख, मैं तेरा परमेश्वर जो हाँ। कहंदा मेरे वाल देख, मेरे वाल देख। परमेश्वर ने अपने पुत्र के द्वारा सानू मुल लै लिया इस संसार दे विचों, कि सानू किसे दे गुलामी दे विच, किसे बंधन दे विच, परमेश्वर ने सारे बंधना तो, सारियां गुलामियां तो सानू छुड़ा लिया। हालेलुया। परमेश्वर दे जदों असीं भै दे विच चलदे हां, उसकी आज्ञा दे विच चलदे हां, परमेश्वर सानू बचांदा, साडी रक्षा करदा आ। बाइबल दे विच बहुत सारियां घटनावां मिलदियां। यूसुफ दे बारे जदों देखदे हां कि वो परमेश्वर दा भै मनण वाला सीगा, परमेश्वर दे पिछे चलण वाला सीगा। उसदी जिंदगी दे विच बुराई करन दे काफ़ी उसनूं मौके मिले, पर की कीता उन्हां ने मौकिਆਂ ਨੂੰ परमेश्वर मौकिਆਂ ਦਾ फायदा नहीं लिया हैगा। उसने परमेश्वर की आज्ञा ਨੂੰ ਮੰਨਿਆ ਅਤੇ बुराई तो दूर रहा। जिस तरह यूसुफ बुराई तो दूर रहा सी, अगर ਅਸੀਂ बुराई तो दूर रहांगे, परमेश्वर ਸਾਨੂੰ ब्लैस करेगा, सारी रक्षा करेगा। सानू परमेश्वर उच्चा उठाएगा डे बाय डे। सानू अज भी परमेश्वर की यही योजना कि मेरे लोग बचाए जान। ये वायरस क्यों आया होया? ये वायरस जदों जदों भी मूसा के समय की होया, जदों इसराइली मिस्र की गुलामी के फसे हुए थे, उदों भी विपत्तियां आईयां। जदों विपत्तियां आईयां की होया, जिहड़े लोग सीगे, फिरौन सीगा विपत्तियां तो डरदा सीगा पर परमेश्वर तो डरदा नहीं सीगा। जदों की होया, जदों उन्हें परमेश्वर मूसा नूं कहा कि तू प्रार्थना कर, ये विपत्तियां जाण, तां वो चले गईयां, विपत्तियां खत्म हो गईयां। की होया, जदों मूसा प्रार्थना करदा सीगा तां विपत्तियां हट जांदियां सी, टल जांदियां सीगीਆਂ। ਜਿਹੜਾ ਉੱਥੋਂ ਦਾ ਰਾਜਾ ਸੀਗਾ, ਫਿਰੌਨ ਸੀਗਾ, ਕੀ ਕਰਦਾ ਸੀਗਾ? ਉਹ ਵਿਪत्तियां ਤੋਂ ਡਰਦਾ ਸੀਗਾ ਪਰ परमेश्वर ਤੋਂ ਨਹੀਂ ਸੀਗਾ ਡਰਦਾ। ਉਹ परमेश्वर ਦਾ ਕਹਿਣਾ ਨਹੀਂ ਸੀਗਾ ਮੰਨਦਾ। ਅੱਜ ਸਾਨੂੰ ਸਿਰਫ परमेश्वर ਦਾ ਕਹਿਣਾ ਮੰਨਣ ਦੀ ਜ਼ਰੂਰਤ ਹੈ। ਹਾਲੇਲੂਇਆ। परमेश्वर का कहना मनीए। सानू किसी चीज़ तो, विपत्ति तो, किसी जो मर्जी संसार दे विच आ जाए, पर परमेश्वर साडे अंदर है। सानू डरन की जरूरत नहीं है। वो सानू हरेक चीज़ मुहैया कराएगा। वो यहोवा जिरे प्रबंध करने वाला है। ਉਹਦਾ वचन है, कदे भी मैं ਤੁਹਾਨੂੰ अनाथ नहीं छड्डांगा। ਤੇ परमेश्वर सानू अनाथ नहीं छड्डदा। हालेलुया। ਤੇ सानू अज घरां दे विच बैठ के प्रार्थना करन दी जरूरत है, फास्टिंग करन दी जरूरत है। ਤੇ एक दूजे लिए प्रार्थना करिए, पंजाब दे लिए, इंडिया दे लिए, सारे देशों के, पूरे वर्ल्ड के लिए, संसार के लिए प्रार्थना करिए, तो परमेश्वर सानू ब्लैस करेगा। अपने दूतां नूं घल के साडे लई नवे मार्ग तैयार करेगा। परमेश्वर साडा जो है, साडी रक्षा करने वाला परमेश्वर है। हालेलुया। तो परमेश्वर दे नाल नाल चलिए, जिस तरह हनोक चलिया, नूह चलिया, होर भी बहुत सारे लोग चले। तो सानू डरन की जरूरत नहीं, परमेश्वर के पिछे चलने की जरूरत है। परमेश्वर का सिर्फ डर रखने की जरूरत है। परमेश्वर का डर रखने का मतलब यही है कि उसकी आज्ञा के अनुसार चलना, उसके वचन के अनुसार चलना। जिहड़ा इंसान परमेश्वर की आज्ञा के अनुसार चलता, परमेश्वर उस तो खुश होंदा है। जदों परमेश्वर खुश होंदा है तो अपने लोगों दीयां प्रार्थना नूं सुन के उन्हां दे लई नवे मार्ग खोलदा है। हालेलुया। सारिआं नूं परमेश्वर तुहानूं सब नूं इस वचन ते आशीष देवे। सारिआं नूं जय मसीह।